ਇੱਕ ਵਾਰ ਇੱਕ ਸਮਰਾਟ ਨੇ ਆਪਣੇ ਸਾਰੇ ਬੁੱਧੀਮਾਨ ਮੰਤਰੀਆਂ ਨੂੰ ਬੁਲਾਇਆ ਤੇ ਉਹਨਾਂ ਨੂੰ ਕਿਹਾ ਕਿ ਮੈਨੂੰ ਕੋਈ ਐਸਾ ਸੂਤਰ ਚਾਹੀਦਾ ਹੈ ਜਿਹੜਾ ਬਹੁਤ ਹੀ ਛੋਟਾ ਹੋਵੇ। ਵੱਡੀਆਂ ਵੱਡੀਆਂ ਕਿਤਾਬਾਂ ਨਹੀਂ ਚਾਹੀਦੀਆਂ, ਵੱਡੇ ਵੱਡੇ ਗ੍ਰੰਥ ਵੀ ਨਹੀਂ ਚਾਹੀਦੇ, ਕਿਉਂਕਿ ਮੇਰੇ ਕੋਲ ਇਹਨਾਂ ਨੂੰ ਪੜ੍ਹਨ ਦਾ ਬਿਲਕੁਲ ਵੀ ਸਮਾਂ ਨਹੀਂ ਹੈ। ਇੱਕ ਐਸਾ ਸੂਤਰ ਹੋਣਾ ਚਾਹੀਦਾ ਹੈ ਜਿਹੜਾ ਇੱਕੋ ਵਚਨ ਵਿੱਚ ਹੀ ਪੂਰਾ ਹੋ ਜਾਵੇ ਤੇ ਹਰ ਸਮੇਂ ਕੰਮ ਆਵੇ, ਭਾਵੇਂ ਦੁੱਖ ਹੋਵੇ, ਭਾਵੇਂ ਸੁੱਖ, ਭਾਵੇਂ ਜਿੱਤ ਹੋਵੇ, ਭਾਵੇਂ ਹਾਰ, ਭਾਵੇਂ ਜੀਵਨ ਹੋਵੇ, ਭਾਵੇਂ ਮੌਤ, ਉਹ ਸਭ ਕਿਤੇ ਕੰਮ ਆਵੇ। ਇਸ ਲਈ ਤੁਸੀਂ ਜਾਓ ਤੇ ਮੇਰੇ ਲਈ ਕੋਈ ਐਸਾ ਸੂਤਰ ਲੱਭ ਕੇ ਲੈ ਕੇ ਆਓ। ਉਹਨਾਂ ਸਾਰੇ ਬੁੱਧੀਜੀਵੀਆਂ ਨੇ ਬੜੀ ਕੋਸ਼ਿਸ਼ ਕੀਤੀ, ਬੜੇ ਵਿਚਾਰ ਕੀਤੇ, ਵੱਡੇ ਵੱਡੇ ਗ੍ਰੰਥ ਪੜ੍ਹ ਲਏ, ਪਰ ਉਹਨਾਂ ਨੂੰ ਕੋਈ ਨਤੀਜਾ ਨਾ ਮਿਲਿਆ। ਥੱਕ ਹਾਰ ਕੇ ਉਹ ਸਾਰੇ ਆਪਸ ਵਿੱਚ ਗੱਲਾਂ ਕਰ ਰਹੇ ਸੀ ਤਾਂ ਉਹਨਾਂ ਵਿੱਚੋਂ ਇੱਕ ਬੋਲਿਆ ਕਿ ਅਸੀਂ ਕਿੰਨੇ ਗ੍ਰੰਥ ਪੜ੍ਹ ਲਏ, ਕਿੰਨੀਆਂ ਕਿਤਾਬਾਂ ਪੜ੍ਹ ਲਈਆਂ, ਇੱਥੋਂ ਤੱਕ ਕਿ ਵੱਡੇ ਵੱਡੇ ਗਿਆਨੀਆਂ ਨਾਲ ਵੀ ਵਿਚਾਰਾਂ ਕਰ ਲਈਆਂ, ਪਰ ਸਾਡੀ ਸਮੱਸਿਆ ਹੁਣ ਵੀ ਉਸੇ ਤਰ੍ਹਾਂ ਹੈ। ਮੈਂ ਸੁਣਿਆ ਹੈ ਕਿ ਨਾਲ ਦੇ ਪਿੰਡ ਇੱਕ ਮਹਾਤਮਾ ਠਹਿਰੇ ਹੋਏ ਨੇ। ਲੋਕ ਕਹਿੰਦੇ ਨੇ ਕਿ ਉਹ ਮਹਾਂਗਿਆਨੀ ਨੇ ਤੇ ਉਹ ਆਤਮ ਗਿਆਨ ਦੀ ਪ੍ਰਾਪਤੀ ਵੀ ਕਰ ਚੁੱਕੇ ਨੇ। ਅਗਲੇ ਹੀ ਪਲ ਉਹ ਸਾਰੇ ਉਸ ਮਹਾਤਮਾ ਕੋਲ ਚਲੇ ਗਏ ਤੇ ਉਸ ਨੂੰ ਸਾਰੀ ਗੱਲ ਦੱਸੀ। ਪੂਰੀ ਗੱਲ ਸੁਣ ਕੇ ਮਹਾਤਮਾ ਨੇ ਕਿਹਾ ਕਿ ਤੁਸੀਂ ਮੈਨੂੰ ਰਾਜੇ ਕੋਲ ਲੈ ਚੱਲੋ। ਉਸ ਮਹਾਤਮਾ ਨੇ ਆਪਣੇ ਹੱਥ ਦੀ ਇੱਕ ਉਂਗਲੀ ਵਿੱਚ ਇੱਕ ਅੰਗੂਠੀ ਪਾਈ ਹੋਈ ਸੀ। ਉਸਨੇ ਉਹ ਅੰਗੂਠੀ ਉਤਾਰੀ ਤੇ ਸਮਰਾਟ ਨੂੰ ਦੇ ਦਿੱਤੀ ਤੇ ਕਿਹਾ ਕਿ ਤੁਸੀਂ ਇਸ ਨੂੰ ਪਹਿਨ ਲਓ। ਇਸ ਵਿੱਚ ਜੜੇ ਹੋਏ ਚਮਕਦਾਰ ਪੱਥਰ ਦੇ ਥੱਲੇ ਇੱਕ ਛੋਟਾ ਜਿਹਾ ਕਾਗਜ਼ ਰੱਖਿਆ ਹੋਇਆ ਹੈ। ਉਸ ਵਿੱਚ ਇੱਕ ਸੂਤਰ ਲਿਖਿਆ ਹੋਇਆ ਹੈ। ਇਹ ਮੇਰੇ ਗੁਰੂ ਨੇ ਮੈਨੂੰ ਦਿੱਤਾ ਸੀ, ਪਰ ਮੈਨੂੰ ਕਦੇ ਇਸ ਦੀ ਜ਼ਰੂਰਤ ਹੀ ਨਹੀਂ ਪਈ, ਇਸ ਲਈ ਮੈਂ ਤਾਂ ਇਸ ਨੂੰ ਖੋਲ੍ਹ ਕੇ ਵੀ ਨਹੀਂ ਦੇਖਿਆ। ਪਰ ਇਸ ਅੰਗੂਠੀ ਨੂੰ ਦੇਣ ਤੋਂ ਪਹਿਲਾਂ ਮੇਰੇ ਗੁਰੂ ਨੇ ਇੱਕ ਸ਼ਰਤ ਰੱਖੀ ਸੀ ਕਿ ਜਦੋਂ ਜ਼ਿੰਦਗੀ ਦੇ ਸਾਰੇ ਰਾਹ ਬੰਦ ਹੋ ਜਾਣ ਤੇ ਤੁਹਾਡੇ ਕੋਲ ਹੋਰ ਕੋਈ ਚਾਰਾ ਨਾ ਬਚਿਆ ਹੋਵੇ, ਉਦੋਂ ਹੀ ਇਸ ਅੰਗੂਠੀ ਨੂੰ ਖੋਲ੍ਹ ਕੇ ਪੜ੍ਹਨਾ। ਪਰ ਉਹਨਾਂ ਦੀ ਕਿਰਪਾ ਦੇ ਸਦਕਾ ਮੇਰੇ ਤੇ ਅਜਿਹਾ ਟਾਈਮ ਕਦੇ ਆਇਆ ਹੀ ਨਹੀਂ, ਇਸ ਲਈ ਮੈਂ ਤਾਂ ਇਸ ਨੂੰ ਖੋਲ੍ਹ ਕੇ ਕਦੇ ਪੜ੍ਹਿਆ ਹੀ ਨਹੀਂ। ਜ਼ਰੂਰ ਇਸ ਵਿੱਚ ਕੋਈ ਵੱਡਾ ਰਾਜ ਹੋਵੇਗਾ, ਤੁਸੀਂ ਇਸ ਨੂੰ ਰੱਖ ਲਓ, ਪਰ ਸ਼ਰਤ ਯਾਦ ਰੱਖਿਓ, ਮੇਰੇ ਨਾਲ ਵਾਅਦਾ ਕਰੋ ਕਿ ਤੁਸੀਂ ਉਦੋਂ ਤੱਕ ਇਸ ਅੰਗੂਠੀ ਨੂੰ ਨਹੀਂ ਖੋਲ੍ਹੋਗੇ ਜਦੋਂ ਤੱਕ ਤੁਹਾਡੇ ਅੱਗੇ ਸਾਰੇ ਰਾਹ ਬੰਦ ਨਾ ਹੋ ਜਾਣ ਤੇ ਤੁਸੀਂ ਇਸ ਨੂੰ ਆਪਣੀ ਜ਼ਿੰਦਗੀ ਦੇ ਸਭ ਤੋਂ ਬੁਰੇ ਸਮੇਂ ਵਿੱਚ ਹੀ ਇਸ ਨੂੰ ਖੋਲ੍ਹ ਕੇ ਪੜ੍ਹੋਗੇ। ਇਹ ਸੂਤਰ ਬਹੁਤ ਅਨਮੋਲ ਹੈ। ਜੇਕਰ ਇਸ ਨੂੰ ਪਹਿਲਾਂ ਹੀ ਖੋਲ੍ਹ ਦਿੱਤਾ ਗਿਆ ਤਾਂ ਇਹ ਅਰਥਹੀਣ ਹੋ ਜਾਵੇਗਾ। ਰਾਜੇ ਨੇ ਉਹ ਅੰਗੂਠੀ ਪਹਿਨ ਲਈ ਤੇ ਕਈ ਸਾਲ ਬੀਤ ਗਏ। ਇਸ ਦੌਰਾਨ ਉਸ ਦੇ ਮਨ ਵਿੱਚ ਕਈ ਵਾਰ ਵਿਚਾਰ ਆਇਆ ਕਿ ਕਿਉਂ ਨਾ ਇਸ ਅੰਗੂਠੀ ਨੂੰ ਖੋਲ੍ਹ ਕੇ ਦੇਖ ਲਿਆ ਜਾਵੇ ਕਿ ਇਸ ਵਿੱਚ ਐਸਾ ਕੀ ਹੈ, ਤੇ ਫਿਰ ਸੋਚਦਾ ਕਿ ਇਸ ਤਰ੍ਹਾਂ ਕਰਨ ਨਾਲ ਕਿਤੇ ਇਹ ਖਰਾਬ ਨਾ ਹੋ ਜਾਵੇ। ਤਾਂ ਕੁਝ ਸਮੇਂ ਬਾਅਦ ਇੱਕ ਭਿਆਨਕ ਯੁੱਧ ਹੋਇਆ ਜਿਸ ਵਿੱਚ ਉਹ ਬੁਰੀ ਤਰ੍ਹਾਂ ਨਾਲ ਹਾਰ ਗਿਆ। ਉਸ ਦਾ ਸਭ ਕੁਝ ਉਸ ਤੋਂ ਖੋਹ ਲਿਆ ਗਿਆ। ਉਹ ਘੋੜੇ 'ਤੇ ਸਵਾਰ ਹੋ ਕੇ ਆਪਣੀ ਜਾਨ ਬਚਾ ਕੇ ਭੱਜ ਗਿਆ। ਰਾਜ ਭਾਗ ਤਾਂ ਗਿਆ ਹੀ, ਦੋਸਤ, ਰਿਸ਼ਤੇਦਾਰ ਤੇ ਪਰਿਵਾਰ ਵੀ ਨਾ ਰਿਹਾ। ਬਸ 2-4 ਸਿਪਾਹੀ ਤੇ ਕੁਝ ਕੁ ਰੱਖਿਆ ਉਸ ਦੇ ਨਾਲ ਸੀ, ਪਰ ਹੌਲੀ ਹੌਲੀ ਉਹ ਵੀ ਦੂਰ ਹੋ ਗਏ, ਕਿਉਂਕਿ ਹੁਣ ਕੁਝ ਬਚਿਆ ਤਾਂ ਹੈ ਨਹੀਂ ਸੀ ਜਿਸ ਦੀ ਰੱਖਿਆ ਕੀਤੀ ਜਾਵੇ। ਦੁਸ਼ਮਣ ਦੀ ਫੌਜ ਹਜੇ ਵੀ ਉਸ ਦਾ ਪਿੱਛਾ ਕਰ ਰਹੀ ਸੀ। ਉਹ ਇੱਕ ਜੰਗਲ ਘਾਟੀ ਵਿੱਚੋਂ ਆਪਣੀ ਜਾਨ ਬਚਾ ਕੇ ਨਿਕਲ ਰਿਹਾ ਸੀ ਤੇ ਉਸ ਨੂੰ ਆਪਣੇ ਪਿੱਛੇ ਘੋੜਿਆਂ ਦੇ ਦੌੜਨ ਦੀ ਆਵਾਜ਼ ਸਾਫ਼-ਸਾਫ਼ ਸੁਣ ਰਹੀ ਸੀ। ਉਸ ਦੀ ਜਾਨ ਤੇ ਬਣੀ ਹੋਈ ਸੀ। ਅਚਾਨਕ ਉਸਨੇ ਦੇਖਿਆ ਕਿ ਅੱਗੇ ਰਸਤਾ ਵੀ ਖਤਮ ਹੋ ਗਿਆ। ਅੱਗੇ ਇੱਕ ਡੂੰਘੀ ਖਾਈ ਸੀ। ਹੁਣ ਨਾ ਉਹ ਅੱਗੇ ਵੱਧ ਸਕਦਾ ਸੀ ਤੇ ਨਾ ਹੀ ਪਿੱਛੇ ਮੁੜ ਸਕਦਾ ਸੀ। ਉਸ ਨੂੰ ਦੋਨੋਂ ਪਾਸਿਓਂ ਮੌਤ ਉਡੀਕ ਰਹੀ ਸੀ। ਇੱਕ ਪਲ ਲਈ ਤਾਂ ਉਸ ਦੀ ਸਮਝ ਬਿਲਕੁਲ ਜਵਾਬ ਦੇ ਗਈ। ਫਿਰ ਅਚਾਨਕ ਉਸ ਨੂੰ ਉਹ ਅੰਗੂਠੀ ਯਾਦ ਆਈ। ਉਸਨੇ ਤੁਰੰਤ ਉਹ ਅੰਗੂਠੀ ਲਾਹੀ ਤੇ ਪੱਥਰ ਕੱਢ ਕੇ ਉਹ ਕਾਗਜ਼ ਬਾਹਰ ਕੱਢ ਲਿਆ। ਉਸ ਕਾਗਜ਼ 'ਤੇ ਇੱਕ ਛੋਟਾ ਜਿਹਾ ਵਚਨ ਲਿਖਿਆ ਹੋਇਆ ਸੀ, ਇਹ ਸਮਾਂ ਵੀ ਬੀਤ ਜਾਵੇਗਾ। ਇਹ ਪੜ੍ਹ ਕੇ ਸਮਰਾਟ ਦੇ ਚਿਹਰੇ 'ਤੇ ਮੁਸਕਰਾਹਟ ਆ ਗਈ ਤੇ ਉਸ ਨੂੰ ਖਿਆਲ ਆਇਆ ਕਿ ਸਭ ਤਾਂ ਬੀਤ ਗਿਆ, ਮੈਂ ਸਮਰਾਟ ਨਹੀਂ ਰਿਹਾ, ਮੇਰਾ ਸਮਰਾਜ ਚਲਿਆ ਗਿਆ। ਜਦੋਂ ਸੁੱਖ ਬੀਤ ਗਿਆ ਤਾਂ ਦੁੱਖ ਵੀ ਹਮੇਸ਼ਾ ਨਹੀਂ ਰਹਿਣ ਵਾਲਾ। ਮਤਲਬ ਇਹ ਪੜ੍ਹ ਕੇ ਉਸ ਦਾ ਦਿਮਾਗ ਬਿਲਕੁਲ ਸ਼ਾਂਤ ਹੋ ਗਿਆ। ਜਿਹੜਾ ਸਰੀਰ ਹੁਣ ਤੱਕ ਡਰ ਨਾਲ ਕੰਬ ਰਿਹਾ ਸੀ, ਉਹ ਹੁਣ ਬਿਲਕੁਲ ਸਥਿਰ ਹੋ ਗਿਆ, ਕਿਉਂਕਿ ਉਹ ਉਸ ਸੂਤਰ ਨੂੰ ਸਮਝ ਚੁੱਕਿਆ ਸੀ
ਪਰ ਉਸ ਸੂਤਰ ਨੇ ਉਸਦੇ ਅੰਦਰਲਾ ਕੋਈ ਸੁੱਤਾ ਹੋਇਆ ਤਾਰ ਛੇੜ ਦਿੱਤਾ ਸੀ। ਇਹ ਵੀ ਬੀਤ ਜਾਵੇਗਾ। ਪੜ੍ਹਦਿਆਂ ਹੀ ਉਸਦਾ ਡਰ ਹੀ ਖਤਮ ਹੋ ਗਿਆ। ਹੁਣ ਉਹ ਬੇਚੈਨ ਨਹੀਂ ਸੀ, ਘਬਰਾਇਆ ਹੋਇਆ ਨਹੀਂ ਸੀ, ਬਲਕਿ ਉੱਥੇ ਸ਼ਾਂਤ ਹੋ ਕੇ ਬੈਠ ਗਿਆ। ਉਸ ਨੂੰ ਕੁਝ ਦੇਰ ਤਾਂ ਘੋੜਿਆਂ ਦੇ ਚੱਲਣ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ, ਪਰ ਕੁਝ ਦੇਰ ਬਾਅਦ ਉਹ ਆਵਾਜ਼ਾਂ ਆਉਣੀਆਂ ਬੰਦ ਹੋ ਗਈਆਂ। ਦੁਸ਼ਮਣ ਦੀ ਉਹ ਫੌਜ ਕਿਸੇ ਹੋਰ ਰਸਤੇ ਪੈ ਗਈ। ਸ਼ਾਇਦ ਸੰਘਣੇ ਜੰਗਲ ਵਿੱਚ ਉਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਸਮਰਾਟ ਕਿਸ ਦਿਸ਼ਾ ਵੱਲ ਗਿਆ ਹੈ। ਸਮਰਾਟ ਨੇ ਉਹ ਅੰਗੂਠੀ ਫਿਰ ਆਪਣੀ ਉਂਗਲੀ ਵਿੱਚ ਪਹਿਨ ਲਈ। ਕੁਝ ਦਿਨਾਂ ਬਾਅਦ ਉਸਨੇ ਫਿਰ ਤੋਂ ਆਪਣੇ ਮਿੱਤਰਾਂ ਨੂੰ ਤੇ ਬਚੇ ਹੋਏ ਸੈਨਿਕਾਂ ਨੂੰ ਇਕੱਠੇ ਕਰਕੇ ਨਵੀਆਂ ਰਣਨੀਤੀਆਂ ਬਣਾ ਕੇ ਆਪਣੇ ਦੁਸ਼ਮਣ 'ਤੇ ਹਮਲਾ ਕੀਤਾ ਤੇ ਉਹ ਕਾਮਯਾਬ ਹੀ ਰਿਹਾ। ਉਹ ਜਿੱਤ ਕੇ ਇੱਕ ਵਾਰ ਫਿਰ ਆਪਣੇ ਸਿੰਘਾਸਨ 'ਤੇ ਬੈਠ ਗਿਆ, ਪਰ ਇਸ ਵਾਰ ਉਹ ਜ਼ਿਆਦਾ ਆਨੰਦਿਤ ਮਹਿਸੂਸ ਕਰ ਰਿਹਾ ਸੀ। ਉਹ ਅੰਦਰੋਂ ਮਾਣ ਨਾਲ ਭਰਿਆ ਹੋਇਆ ਮਹਿਸੂਸ ਕਰ ਰਿਹਾ ਸੀ ਤੇ ਉਹ ਚੀਖ ਕੇ ਆਪਣੇ ਲੋਕਾਂ ਨੂੰ ਦੱਸਣਾ ਚਾਹੁੰਦਾ ਸੀ ਕਿ ਮੈਂ ਉਹੀ ਸਮਰਾਟ ਹਾਂ ਜਿਸ ਨੇ ਆਪਣਾ ਖੋਇਆ ਹੋਇਆ ਸਨਮਾਨ ਤੇ ਸਮਰਾਜ ਵਾਪਸ ਲੈ ਲਿਆ ਹੈ। ਮੈਂ ਇੱਕ ਜੇਤੂ ਹਾਂ। ਮਾਣ ਤੇ ਘਮੰਡ ਨਾਲ ਉਹ ਧੁਰ ਅੰਦਰ ਤੱਕ ਭਰ ਗਿਆ। ਪਰ ਉਸ ਵਕਤ ਉਸ ਚਮਕਦਾਰ ਪੱਥਰ ਦੀ ਰੌਸ਼ਨੀ ਉਸ ਦੀਆਂ ਅੱਖਾਂ ਵਿੱਚ ਪਈ। ਉਸ ਨੂੰ ਉਸ ਅੰਗੂਠੀ ਵਿੱਚ ਲਿਖਿਆ ਹੋਇਆ ਸੂਤਰ ਫਿਰ ਤੋਂ ਯਾਦ ਆਇਆ। ਉਹ ਹੱਸਿਆ ਤੇ ਉਸ ਦਾ ਸਾਰਾ ਘਮੰਡ ਤੇ ਜਿੱਤਣ ਦਾ ਹੰਕਾਰ ਗਾਇਬ ਹੋ ਗਿਆ। ਉਹ ਬਿਲਕੁਲ ਸ਼ਾਂਤ ਹੋ ਗਿਆ। ਉਸ ਦੇ ਵਜ਼ੀਰਾਂ ਨੇ ਉਸ ਨੂੰ ਪੁੱਛਿਆ ਕਿ ਹੁਣੇ ਤੁਸੀਂ ਇੰਨੇ ਖੁਸ਼ ਸੀ, ਪਰ ਹੁਣ ਇੱਕਦਮ ਇੰਨੇ ਸ਼ਾਂਤ ਕਿਵੇਂ ਹੋ ਗਏ? ਸਮਰਾਟ ਨੇ ਜਵਾਬ ਦਿੱਤਾ, ਕਿਉਂਕਿ ਇਹ ਸਮਾਂ ਵੀ ਬੀਤ ਜਾਵੇਗਾ। ਜਦੋਂ ਸਭ ਬੀਤ ਹੀ ਜਾਣਾ ਹੈ ਤਾਂ ਇਸ ਸੰਸਾਰ ਵਿੱਚ ਨਾ ਤਾਂ ਦੁਖੀ ਹੋਣ ਲਈ ਕੁਝ ਹੈ ਤੇ ਨਾ ਹੀ ਬਹੁਤਾ ਖੁਸ਼ ਹੋਣ ਲਈ। ਜੋ ਵੀ ਚੰਗਾ ਜਾਂ ਬੁਰਾ ਸਾਡੇ ਕੋਲ ਹੈ ਉਹ ਸਭ ਬੀਤ ਜਾਵੇਗਾ। ਜੇਕਰ ਇਸ ਸੂਤਰ ਦੀ ਸਮਝ ਸਾਨੂੰ ਆ ਗਈ ਤਾਂ ਸਾਰੇ ਸੁੱਖਾਂ ਤੇ ਦੁੱਖਾਂ ਤੇ ਸਾਡੀ ਪਕੜ ਢਿੱਲੀ ਪੈ ਜਾਵੇਗੀ। ਅਸੀਂ ਹੌਲੀ-ਹੌਲੀ ਉਹਨਾਂ ਸਾਰੀਆਂ ਚੀਜ਼ਾਂ ਤੋਂ ਦੂਰ ਹੋ ਜਾਵਾਂਗੇ ਜੋ ਇੱਕ ਨਾ ਇੱਕ ਦਿਨ ਬੀਤ ਹੀ ਜਾਣਗੀਆਂ।